ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪੰਜਾਬ ਅਚੀਵਮੈਂਟ ਸਰਵੇ PAS ਟੈਸਟ ਜਿਹੜਾ ਹੈ ਤੁਹਾਨੂੰ ਪਤਾ ਹੁਣ ਉਹ ਸ਼ਨੀਵਾਰ ਹੋਣ ਜਾ ਰਿਹਾ। ਉਹਦੇ ਨਾਲ ਸੰਬੰਧਿਤ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਪ੍ਰਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਇਹ ਪ੍ਰਸ਼ਨ ਸਿੱਖਿਆ ਵਿਭਾਗ ਨੇ ਹੀ ਭੇਜੇ ਹਨ ਅਤੇ ਬਹੁਤ ਇੰਪੋਰਟੈਂਟ ਪ੍ਰਸ਼ਨ ਨੇ। ਬਹੁਤ ਜ਼ਿਆਦਾ ਸੰਭਾਵਨਾ ਇਹਨਾਂ ਦੇ ਵਿੱਚੋਂ ਹੀ ਜਿਹੜਾ ਸ਼ਨੀਵਾਰ 29 ਅਗਸਤ ਨੂੰ ਟੈਸਟ ਹੋਣਾ +1 ਦਾ ਪੋਲੀਟੀਕਲ ਸਾਇੰਸ ਦਾ, ਉਹਦੇ 'ਚ ਇਹ ਪ੍ਰਸ਼ਨ ਇਹਨਾਂ ਵਿੱਚੋਂ ਹੀ ਪ੍ਰਸ਼ਨ ਆਉਣਗੇ ਕਿਉਂਕਿ ਸਾਰੇ ਪ੍ਰਸ਼ਨ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਨੇ। ਸੋ ਆਪਾਂ ਕਰਦੇ ਹਾਂ ਇਹ ਪ੍ਰਸ਼ਨ ਅਤੇ ਨਾਲ ਨਾਲ ਇਹਨਾਂ ਦੇ ਉੱਤਰ। ਸੋ ਪਹਿਲਾ ਪ੍ਰਸ਼ਨ ਹੈ, 3 ਭਾਗਾਂ 'ਚ ਵੰਡਿਆ ਗਿਆ ਇਸ ਨੂੰ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਚੈਪਟਰ ਹੈ, B ਭਾਗ ਦਾ ਚੈਪਟਰ ਹੈ, +1 ਦਾ ਪੋਲੀਟੀਕਲ ਸਾਇੰਸ ਦਾ। ਸੋ ਪਹਿਲਾ ਕੁਐਸਚਨ ਹੈ, ਸੰਵਿਧਾਨ ਦੇ ਚੌਥੇ ਅਧਿਆਏ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ। ਇਹ ਕਥਨ ਸਹੀ ਹੈ ਜਾਂ ਗਲਤ? ਇਹ ਬਿਲਕੁਲ ਸਹੀ ਹੈ। ਚੌਥੇ ਅਧਿਆਏ ਯਾਨੀ ਕਿ ਚੌਥੇ ਚੈਪਟਰ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ। ਦੂਜਾ ਕੁਐਸਚਨ ਹੈ, ਸੰਵਿਧਾਨ ਦੀ ਦੂਜਾ ਪ੍ਰਸ਼ਨ ਹੈ, ਸੰਵਿਧਾਨ ਦੀ ਧਾਰਾ 36 ਤੋਂ 51 ਤੱਕ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਹੈ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ? ਇਹ ਸਟੇਟਮੈਂਟ ਜਿਹੜੀ ਹੈ ਬਿਲਕੁਲ ਸਹੀ ਹੈ। 36 ਤੋਂ 51 ਤੱਕ ਨਿਰਦੇਸ਼ਕ ਸਿਧਾਂਤਾਂ ਦਾ ਜ਼ਿਕਰ ਹੈ। ਤੀਜਾ ਪ੍ਰਸ਼ਨ ਹੈ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਆਂ ਸੰਗਤ ਹਨ, ਜਸਟਿਸਏਬਲ ਹੈਗੇ ਨੇ। ਇਹ ਸਟੇਟਮੈਂਟ ਬਿਲਕੁਲ ਗਲਤ ਹੈ, ਜਸਟਿਸਏਬਲ ਨਹੀਂ ਹੈ। ਚੌਥਾ ਪ੍ਰਸ਼ਨ ਹੈ, ਨਿਰਦੇਸ਼ਕ ਸਿਧਾਂਤਾਂ ਅਤੇ ਮੌਲਿਕ ਅਧਿਕਾਰਾਂ ਵਿੱਚ ਕੋਈ ਅੰਤਰ ਨਹੀਂ ਹੈ। ਇਹ ਵੀ ਸਟੇਟਮੈਂਟ ਗਲਤ ਹੈ ਕਿਉਂਕਿ ਨਿਰਦੇਸ਼ਕ ਸਿਧਾਂਤ ਸਰਕਾਰ ਨੂੰ ਸਿਰਫ ਨਿਰਦੇਸ਼ ਨੇ, ਮੌਲਿਕ ਅਧਿਕਾਰ ਤੇ ਸਾਡੇ ਹੱਕ ਨੇ। ਸੋ ਕਾਫੀ ਅੰਤਰ ਇਹਨਾਂ 'ਚ, ਇਸ ਕਰਕੇ ਇਹ ਸਟੇਟਮੈਂਟ ਵੀ ਗਲਤ ਹੈ। ਚੌਥੀ ਸਟੇਟਮੈਂਟ ਵੀ ਗਲਤ ਹੈ। ਪੰਜਵਾਂ ਪ੍ਰਸ਼ਨ, ਨਿਰਦੇਸ਼ਕ ਸਿਧਾਂਤਾਂ ਦੇ ਉਦੇਸ਼ ਭਾਰਤ ਦੇ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਨਿਆਂ ਪ੍ਰਦਾਨ ਕਰਨਾ ਹੈ। ਇਹਨਾਂ ਦਾ ਉਦੇਸ਼ ਜਿਹੜਾ ਵਾ ਭਾਰਤ ਦੇ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਨਿਆਂ ਪ੍ਰਦਾਨ ਕਰਨਾ ਹੈ। ਇਹ ਬਿਲਕੁਲ ਸਹੀ ਸਟੇਟਮੈਂਟ ਹੈ, ਇਸ ਕਰਕੇ ਇਹ ਠੀਕ ਹੈ। 6ਵਾਂ ਸਟੇਟਮੈਂਟ ਹੈਗੀ ਹੈ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਵਾਉਣ ਲਈ ਅਸੀਂ ਅਦਾਲਤਾਂ ਵਿੱਚ ਜਾ ਸਕਦੇ ਹਾਂ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ? ਇਹ ਸਟੇਟਮੈਂਟ ਗਲਤ ਹੈ ਕਿਉਂਕਿ ਅਸੀਂ ਸਿਧਾਂਤਾਂ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਨਹੀਂ ਜਾ ਸਕਦੇ। ਇਹ ਨਾਨ ਜਸਟਿਸਏਬਲ ਹੈ, ਨਿਆਂਯੋਗ ਨਹੀਂ ਹੈ, ਇਸ ਕਰਕੇ ਇਹ ਸਟੇਟਮੈਂਟ ਕੀ ਹੈ? ਗਲਤ। 7ਵਾਂ, ਨਿਰਦੇਸ਼ਕ ਸਿਧਾਂਤ ਜਰਮਨੀ ਦੇ ਸੰਵਿਧਾਨ ਤੋਂ ਲਏ ਗਏ ਹਨ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ? ਇਹ ਸਟੇਟਮੈਂਟ ਬਿਲਕੁਲ ਗਲਤ ਹੈ। 8ਵਾਂ ਪ੍ਰਸ਼ਨ ਹੈ, ਨਿਰਦੇਸ਼ਕ ਸਿਧਾਂਤ ਅਧੀਨ ਇਸਤਰੀਆਂ ਅਤੇ ਮਰਦਾਂ ਲਈ ਸਮਾਨ ਕੰਮ ਲਈ ਸਮਾਨ ਮਜ਼ਦੂਰੀ ਪ੍ਰਦਾਨ ਕੀਤੇ ਜਾਣ ਦੀ ਵਿਵਸਥਾ ਹੈ। ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਸਮਾਨ ਕੰਮ ਸਮਾਨ ਮਜ਼ਦੂਰੀ। ਹਾਂਜੀ, ਇਹਦੇ ਵਿੱਚ ਹੀ ਅਗਲਾ ਫਿਰ 3 ਸਟੈਪਾਂ ਵਿੱਚ, ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਕਿ 3 ਸਟੈਪਾਂ ਵਿੱਚ ਕੁਐਸਚਨ ਆਨਸਰ ਨੇ। ਦੂਜੇ ਸਟੈਪ ਵਿੱਚ ਹੈਗਾ ਖਾਲੀ ਥਾਂ। ਇਹਦਾ ਪਹਿਲਾ ਪ੍ਰਸ਼ਨ ਹੈ, ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਡੈਸ਼ ਅਧਿਆਏ ਵਿੱਚ ਸ਼ਾਮਲ ਹਨ। ਦੂਜੇ ਅਧਿਆਏ ਜਾਂ 6ਵਾਂ ਅਧਿਆਏ? ਇਹ ਸਟੇਟਮੈਂਟਾਂ ਦੋਵੇਂ ਗਲਤ ਨੇ। ਐਕਚੁਅਲੀ ਇਹ ਭਾਰਤ ਦੇ ਸੰਵਿਧਾਨ ਦੇ ਚੌਥੇ ਅਧਿਆਏ ਵਿੱਚ ਸ਼ਾਮਲ ਨੇ। ਕਿਹਦੇ 'ਚ ਨੇ? ਚੌਥੇ ਅਧਿਆਏ ਵਿੱਚ, ਚੈਪਟਰ 4 ਵਿੱਚ ਸ਼ਾਮਲ ਹੈ। ਇਹ 6ਵਾਂ ਅਧਿਆਏ ਆਪਸ਼ਨ ਸਹੀ ਨਹੀਂ ਹੈ, ਤੁਸੀਂ ਇਹ ਸਹੀ ਕਰ ਲਿਓ। ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਚੌਥੇ ਅਧਿਆਏ ਵਿੱਚ ਸ਼ਾਮਲ ਹਨ। 5ਵਾਂ ਹੈ, ਸੰਵਿਧਾਨ ਦੀ ਧਾਰਾ ਡੈਸ਼ ਤੋਂ ਡੈਸ਼ ਤੱਕ ਨਿਰਦੇਸ਼ਕ ਸਿਧਾਂਤ ਨਾਲ ਸੰਬੰਧਿਤ ਹੈ। 24 ਤੋਂ 51 ਜਾਂ 36 ਤੋਂ 51? ਅਸੀਂ ਹੁਣੇ ਪੜ੍ਹਿਆ ਜੇ ਵੀ ਇਹ ਸੰਵਿਧਾਨ ਦੀ ਧਾਰਾ 36 ਤੋਂ 51 ਤੱਕ ਨਿਰਦੇਸ਼ਕ ਸਿਧਾਂਤਾਂ ਦਾ ਜ਼ਿਕਰ ਹੈ। ਅਗਲਾ ਕੁਐਸਚਨ ਪਿਆਰੇ ਵਿਦਿਆਰਥੀਓ, ਮੌਲਿਕ ਅਧਿਕਾਰ ਤੇ ਨਿਰਦੇਸ਼ਕ ਸਿਧਾਂਤ ਇੱਕ ਦੂਜੇ ਦੇ ਡੈਸ਼ ਹਨ, ਸਹਿਯੋਗੀ ਨੇ ਜਾਂ ਅਸਹਿਯੋਗੀ ਨੇ? ਸੋ ਤੁਹਾਨੂੰ ਪਤਾ ਹੀ ਹੈ, ਦੋਵੇਂ ਇੱਕ ਦੂਜੇ ਦੇ ਸਹਿਯੋਗੀ ਨੇ। ਮੌਲਿਕ ਅਧਿਕਾਰ ਤੇ ਨਿਰਦੇਸ਼ਕ ਸਿਧਾਂਤ ਇੱਕ ਦੂਜੇ ਦੇ
ਸਹਿਯੋਗੀ ਨੇ। ਅਗਲਾ ਪ੍ਰਸ਼ਨ, ਨਿਰਦੇਸ਼ਕ ਸਿਧਾਂਤਾਂ ਪਿੱਛੇ ਡੈਸ਼ ਸ਼ਕਤੀ ਹੈ। ਕਿਹੜੀ ਸ਼ਕਤੀ ਹੈ ਨਿਰਦੇਸ਼ਕ ਸਿਧਾਂਤਾਂ ਪਿੱਛੇ? ਨੈਤਿਕ ਸ਼ਕਤੀ ਹੈ। ਕਾਨੂੰਨੀ ਸ਼ਕਤੀ ਤੁਹਾਨੂੰ ਪਹਿਲਾਂ ਕਹਤਾ, ਕਿਉਂਕਿ ਨਿਆਂਯੋਗ ਨਹੀਂ ਹਨ ਇਸ ਕਰਕੇ ਕਾਨੂੰਨੀ ਸ਼ਕਤੀ ਉਨੀ ਨਹੀਂ ਹੈ ਜਿੰਨੀ ਨੈਤਿਕ ਸ਼ਕਤੀ ਹੈ। ਪੰਜਵਾਂ ਪ੍ਰਸ਼ਨ, ਸੁਤੰਤਰਤਾ ਪਿੱਛੋਂ ਅਨੇਕਾਂ ਨਿਰਦੇਸ਼ਕ ਸਿਧਾਂਤਾਂ ਨੂੰ ਡੈਸ਼ ਦਿੱਤਾ ਗਿਆ। ਕੀ ਕਰਤਾ ਗਿਆ? ਅਮਲੀ ਰੂਪ ਦਿੱਤਾ ਗਿਆ ਜਾਂ ਨਕਲੀ ਰੂਪ ਦਿੱਤਾ ਗਿਆ? ਸੋ ਇਹਦਾ ਸਹੀ ਆਪਸ਼ਨ ਹੈ ਅਮਲੀ ਰੂਪ, ਭਾਵ ਇਹਨਾਂ ਨੂੰ ਅਸਲ ਰੂਪ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਲਾਗੂ ਕੀਤਾ ਗਿਆ, ਇਹਨਾਂ ਨੂੰ ਅਮਲੀ ਰੂਪ ਦਿੱਤਾ ਗਿਆ। ਛੇਵਾਂ ਪ੍ਰਸ਼ਨ ਹੈ, ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧਿਤ ਸਿਧਾਂਤ ਸੰਵਿਧਾਨ ਦੀ ਧਾਰਾ ਡੈਸ਼ ਵਿੱਚ ਸ਼ਾਮਲ ਹਨ। ਕਿਹੜੀ ਧਾਰਾ ਸ਼ਾਮਲ ਹੈ? ਸੰਵਿਧਾਨ ਦੀ ਧਾਰਾ 51 'ਚ ਸ਼ਾਮਲ ਹੈ। ਸਹੀ ਆਪਸ਼ਨ ਹੈ 51, 51। ਧਾਰਾ 51 ਵਿੱਚ ਵਿਦੇਸ਼ ਨੀਤੀ ਨਾਲ ਸੰਬੰਧਿਤ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਉਹ ਹੈਗੇ ਨੇ, ਇਹਨਾਂ ਨੂੰ ਅੰਤਰਰਾਸ਼ਟਰੀ ਸਿਧਾਂਤ ਵੀ ਕਿਹਾ ਜਾਂਦਾ। ਸੱਤਵਾਂ, ਰਾਜ ਦੇ ਨਿਰਦੇਸ਼ਕ ਸਿਧਾਂਤ ਡੈਸ਼ ਨਹੀਂ ਹਨ, ਨਿਆਂ ਸੰਗਤ ਜਾਂ ਅਨਿਆਂ ਸੰਗਤ। ਸੋ ਇਹ ਨਿਆਂ ਸੰਗਤ ਨਹੀਂ ਹਨ, ਨੌਨ ਜਸਟਿਸੇਬਲ ਹੈ, ਨਿਆਂ ਸੰਗਤ ਨਹੀਂ ਹਨ, ਭਾਵ ਨਿਰਦੇਸ਼ਕ ਸਿਧਾਂਤਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਕੋਰਟ ਦਾ ਸਹਾਰਾ ਨਹੀਂ ਲੈ ਸਕਦੇ। MCQ ਬਹੁ ਵਿਕਲਪੀ ਪ੍ਰਸ਼ਨ ਨੇ, ਤੀਜਾ ਸਟੈਪ ਇਹਦਾ ਆ ਗਿਆ। ਸੋ ਪਹਿਲਾ ਇਹਦੇ 'ਚ ਹੈਗਾ, ਨਿਰਦੇਸ਼ਕ ਸਿਧਾਂਤ ਦੀ ਕੋਈ ਮਹੱਤਤਾ ਨਹੀਂ ਹੈ। ਇਹ ਕਥਨ ਕਿਸ ਦਾ ਹੈ? ਸਰ ਆਈਵਰ ਜੈਨਿੰਗਸ ਦਾ, KC ਵੀਅਰ ਦਾ, KT ਸ਼ਾਹ ਦਾ ਜਾਂ ਸ਼੍ਰੀ ਨਿਵਾਸਨ ਦਾ? ਸੋ ਸਰ ਆਈਵਰ ਜੈਨਿੰਗ ਦਾ ਇਹ ਸਟੇਟਮੈਂਟ ਹੈਗੀ ਹੈ, ਸਰ ਆਈਵਨ ਜੈਨਿੰਗਸ। ਅਗਲਾ, ਨਿਰਦੇਸ਼ਕ ਸਿਧਾਂਤ ਉਸ ਚੈੱਕ ਸਮਾਨ ਹਨ ਜਿਸ ਦਾ ਭੁਗਤਾਨ ਕਰਨਾ ਬੈਂਕ ਦੀ ਇੱਛਾ 'ਤੇ ਨਿਰਭਰ ਕਰਦਾ। ਇਹ ਕਥਨ ਕਿਸ ਦਾ ਹੈ? ਡਾਕਟਰ BR ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ ਜਾਂ KT ਸ਼ਾਹ ਜਾਂ KC ਵੀਅਰ? ਇਹ ਸਟੇਟਮੈਂਟ ਜਿਹੜੀ ਹੈ, ਇਹ ਵਿਚਾਰ ਜਿਹੜਾ ਕਥਨ ਹੈ ਉਹ ਪ੍ਰੋਫੈਸਰ KT ਸ਼ਾਹ ਦਾ ਹੈ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 3, ਇਹ ਸਿਧਾਂਤ ਆਧੁਨਿਕ ਲੋਕਤੰਤਰ ਰਾਜ ਲਈ ਇੱਕ ਵਿਆਪਕ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਪ੍ਰੋਗਰਾਮ ਪੇਸ਼ ਕਰਦੇ ਹਨ। ਇਹ ਕਥਨ ਕਿਸ ਦਾ ਹੈ? ਇਹ ਕਥਨ ਜਿਹੜਾ ਵੈ ਇਹ AK ਗੋਪਾਲ, KC ਵੀਅਰ, GN ਜੋਸ਼ੀ ਤੇ MV ਫਾਈਲ, ਇਹਨਾਂ ਚੋਂ ਕਿਸ ਦਾ ਹੈ ਇਹ ਕਥਨ? ਇਹ ਕਥਨ ਜਿਹੜਾ ਵਾ GN ਜੋਸ਼ੀ ਦਾ ਹੈ। ਚੌਥਾ ਪ੍ਰਸ਼ਨ, ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਅਧਿਆਇ ਵਿੱਚ ਸ਼ਾਮਲ ਹਨ? ਪਹਿਲੇ ਅਧਿਆਇ, ਦੂਜੇ ਅਧਿਆਇ, ਤੀਜਾ ਅਧਿਆਇ ਜਾਂ ਚੌਥਾ ਅਧਿਆਇ? ਤੁਸੀਂ ਪਹਿਲਾਂ ਹੀ ਜਾਣਦੇ ਹੋ ਇਹ ਚੌਥਾ ਅਧਿਆਇ ਹੈ। ਚੌਥਾ ਅਧਿਆਇ ਮਤਲਬ ਚੌਥਾ ਚੈਪਟਰ। ਭਾਰਤ ਦੇ ਸੰਵਿਧਾਨ ਦੇ 22 ਚੈਪਟਰ ਨੇ, ਚੌਥੇ ਚੈਪਟਰ ਵਿੱਚ ਨਿਰਦੇਸ਼ਕ ਸਿਧਾਂਤਾਂ ਬਾਰੇ ਦੱਸਿਆ ਗਿਆ ਵਾ। ਆਖਰੀ ਪ੍ਰਸ਼ਨ ਹੈ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਬੰਧਿਤ ਹਨ, ਕਿਹਦੇ ਨਾਲ ਸੰਬੰਧਿਤ ਹਨ? ਧਾਰਾ 12 ਤੋਂ 35 ਤੱਕ, ਧਾਰਾ 36 ਤੋਂ 51, 21 ਤੋਂ 35 ਜਾਂ 38 ਤੋਂ 40। ਤੁਸੀਂ ਪੜ੍ਹ ਚੁੱਕੇ ਹੋ ਵੀ ਧਾਰਾ 36 ਤੋਂ 51 ਤੱਕ ਨਿਰਦੇਸ਼ਕ ਸਿਧਾਂਤਾਂ ਦਾ ਜ਼ਿਕਰ ਹੈ। ਸੋ ਬਹੁਤ ਬਹੁਤ ਧੰਨਵਾਦ ਪਿਆਰੇ ਵਿਦਿਆਰਥੀਓ। +1 ਪੋਲੀਟੀਕਲ ਸਾਇੰਸ ਦਾ ਨਿਰਦੇਸ਼ਕ ਸਿਧਾਂਤਾਂ ਨਾਲ ਸੰਬੰਧਿਤ PAS ਟੈਸਟ ਤੁਹਾਡਾ ਸ਼ਨੀਵਾਰ ਹੋਣ ਜਾ ਰਿਹਾ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ, ਇਹਨਾਂ ਵਿੱਚੋਂ ਹੀ ਬਹੁਤ ਸੰਭਾਵਨਾ ਹੈ ਕੁਐਸਚਨਸ ਆਉਣ ਦੀ। ਸੋ ਬਹੁਤ ਬਹੁਤ ਧੰਨਵਾਦ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ।